ਪਿਆਰੇ ਵਿਦਿਆਰਥੀਓ, ਤੁਹਾਡਾ ਸਭ ਦਾ ਪੰਜਾਬੀ ਦੀ ਕਲਾਸ ਵਿੱਚ ਸਵਾਗਤ ਹੈ। ਬੇਟੇ, ਅੱਜ ਅਸੀਂ 10ਵੀਂ ਜਮਾਤ ਦੀ ਕਿਤਾਬ ਸਾਹਿਤਮਾਲਾ ਵਾਰਤਕ ਭਾਗ ਵਿੱਚੋਂ ਡਾਕਟਰ ਬਲਵੀਰ ਸਿੰਘ ਦਾ ਲਿਖਿਆ ਨਿਬੰਧ ਪ੍ਰਾਰਥਨਾ ਪੜ੍ਹਾਂਗੇ। ਭੂਮਿਕਾ। ਪ੍ਰਾਰਥਨਾ ਲੇਖ ਡਾਕਟਰ ਬਲਵੀਰ ਸਿੰਘ ਦੀ ਰਚਨਾ ਹੈ। ਇਸ ਲੇਖ ਵਿੱਚ ਲੇਖਕ ਨੇ ਮਨੁੱਖੀ ਜ਼ਿੰਦਗੀ ਵਿੱਚ ਅਰਦਾਸ ਦੀ ਕੀ ਮਹੱਤਤਾ ਹੈ ਬਾਰੇ ਦੱਸਿਆ ਹੈ। ਉਹ ਦੱਸਦਾ ਹੈ ਕਿ ਅਰਦਾਸ ਹਰੇਕ ਲਈ ਜ਼ਰੂਰੀ ਹੈ। ਅਰਦਾਸ ਵਿੱਚ ਇੰਨੀ ਤਾਕਤ ਹੈ ਕਿ ਕਈ ਵਾਰ ਵੱਡੇ ਵੱਡੇ ਰਾਠ ਬੰਦਿਆਂ ਨੂੰ ਵੀ ਅਰਦਾਸ ਦਾ ਹੀ ਆਸਰਾ ਲੈਣਾ ਪੈਂਦਾ ਹੈ। ਸੁਕਰਾਤ ਦੀ ਉਦਾਹਰਨ ਦਿੰਦਾ ਲੇਖਕ ਦੱਸਦਾ ਹੈ ਕਿ ਸੁਕਰਾਤ ਭਾਵੇਂ ਕਿੰਨਾ ਵੀ ਸਿਆਣਾ ਸੀ, ਮੌਤ ਦੀ ਕੋਈ ਪਰਵਾਹ ਨਹੀਂ ਸੀ ਕਰਦਾ। ਉਹ ਵੀ ਅਰਦਾਸ ਵਿੱਚ ਵਿਸ਼ਵਾਸ ਕਰਦਾ ਸੀ। ਸਿੱਖ ਧਰਮ ਤੇ ਅਰਦਾਸ। ਸਿੱਖ ਧਰਮ ਵਿੱਚ ਅਰਦਾਸ ਦਾ ਬਹੁਤ ਮਹੱਤਵ ਹੈ। ਸਿੱਖਾਂ ਦਾ ਕੋਈ ਵੀ ਕੰਮ ਅਰਦਾਸ ਤੋਂ ਬਿਨਾਂ ਸ਼ੁਰੂ ਨਹੀਂ ਹੁੰਦਾ। ਭਾਈ ਵੀਰ ਸਿੰਘ ਜੀ ਨੇ ਜਦੋਂ ਖਾਲਸਾ ਟਰੈਕਟ ਸੁਸਾਇਟੀ ਦਾ ਮੁੱਢ ਬੰਨ੍ਹਿਆ ਤਾਂ ਸਭ ਤੋਂ ਪਹਿਲਾਂ ਟਰੈਕਟ ਪ੍ਰਾਰਥਨਾ ਹੀ ਛਾਪਿਆ। ਇਸ ਵਿੱਚ ਉਹਨਾਂ ਨੇ ਸਿਰਫ ਅਰਦਾਸ ਦੀ ਜ਼ਰੂਰਤ ਹੀ ਨਹੀਂ ਦੱਸੀ, ਬਲਕਿ ਇਹ ਵੀ ਦੱਸਿਆ ਕਿ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਹੋਣੀ ਬਹੁਤ ਜ਼ਰੂਰੀ ਹੈ। ਅਰਦਾਸ ਕਰਨਾ ਇੱਕ ਫਰਜ਼। ਕਈ ਵਾਰ ਪੜ੍ਹੀ ਲਿਖੀ ਪੀੜ੍ਹੀ ਦੇ ਨੌਜਵਾਨ ਪੁੱਛਦੇ ਹਨ ਕਿ ਕੀ ਅਰਦਾਸ ਸੁਣੀ ਜਾਂਦੀ ਹੈ? ਕੀ ਅਰਦਾਸ ਦਾ ਕੋਈ ਉੱਤਰ ਮਿਲਦਾ ਹੈ? ਪਰੰਤੂ ਆਕਸਰ ਵਾਈਲਡ ਦਾ ਵਿਚਾਰ ਹੈ, ਅਰਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ। ਜੇ ਅਰਦਾਸ ਦਾ ਉੱਤਰ ਮਿਲੇ ਤਾਂ ਉਹ ਅਰਦਾਸ ਨਹੀਂ ਰਹਿੰਦੀ, ਬਲਕਿ ਖਤੋ ਖਿਤਾਬ ਦਾ ਸਿਲਸਿਲਾ ਬਣ ਜਾਂਦੀ ਹੈ। ਇਸ ਕਰਕੇ ਅਰਦਾਸ ਇੱਕ ਫਰਜ਼ ਹੈ, ਜਿਸ ਨੂੰ ਕਰਨਾ ਇਨਸਾਨ ਦਾ ਮੁੱਢਲਾ ਫਰਜ਼ ਹੈ। ਅਰਦਾਸ ਸਰਬੱਤ ਦੇ ਭਲੇ ਲਈ। ਅਰਦਾਸ ਉਹ ਹੁੰਦੀ ਹੈ ਜੋ ਸਰਬੱਤ ਦੇ ਭਲੇ ਵਾਸਤੇ ਕੀਤੀ ਜਾਵੇ। ਹਮੇਸ਼ਾ ਉਹੀ ਅਰਦਾਸ ਸਫਲ ਹੁੰਦੀ ਹੈ। ਬੰਦਾ ਜੇ ਆਪਣੀ ਨਿੱਜੀ ਹਸਤੀ ਦੀਆਂ ਛੋਟੀਆਂ ਛੋਟੀਆਂ ਜ਼ਰੂਰਤਾਂ ਨੂੰ ਛੱਡ ਕੇ ਸਰਬੱਤ ਦੇ ਭਲੇ ਲਈ ਹੋ ਰਹੀ ਅਰਦਾਸ ਵਿੱਚ ਸ਼ਾਮਿਲ ਹੋ ਜਾਵੇ ਤਾਂ ਉਹ ਅਰਦਾਸ ਕਬੂਲ ਹੋ ਜਾਂਦੀ ਹੈ। ਸਿੱਖਾਂ ਲਈ ਅਰਦਾਸ ਚੜ੍ਹਦੀ ਕਲਾ ਵਿੱਚ ਰਹਿਣ ਦਾ ਸਾਧਨ। ਜਿਵੇਂ ਕਿ ਦੱਸਿਆ ਗਿਆ ਹੈ ਕਿ ਸਿੱਖ ਧਰਮ ਵਿੱਚ ਅਰਦਾਸ ਦੀ ਬਹੁਤ ਮਹਾਨਤਾ ਹੈ। ਸਿੱਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਲਈ ਅਰਦਾਸ ਕਰਦੇ ਹਨ। ਉਹਨਾਂ ਦਾ ਵਿਸ਼ਵਾਸ ਹੈ ਕਿ ਕੰਮ ਛੋਟਾ ਹੋਵੇ ਜਾਂ ਵੱਡਾ, ਅਰਦਾਸ ਕਰਦਿਆਂ ਹੀ ਪੂਰਾ ਹੋ ਜਾਂਦਾ ਹੈ। ਮਾਇਆ ਦੇ ਪਾਪ ਲੀੜੇ ਦਾ ਛੋਟਾ ਰਹਿ ਜਾਣਾ ਤੇ ਮਨੁੱਖ ਦਾ ਇੱਕ ਸਰਬੱਤੀ ਪੁਰਖ ਹੋ ਕੇ ਨਿਸ਼ਪਾਪ ਉੱਚਾ ਉੱਠ ਜਾਣ ਦਾ ਨਾਮ ਹੀ ਚੜ੍ਹਦੀ ਕਲਾ ਹੈ। ਰੋਹਤਾਸ ਕਿਲ੍ਹੇ ਦੇ ਇੱਕ ਕੈਦੀ ਦੀ ਘਟਨਾ। ਭਾਈ ਵੀਰ ਸਿੰਘ ਜੀ ਨੇ ਅਰਦਾਸ ਦੀ ਜ਼ਰੂਰਤ ਲਈ ਪਹਿਲੇ ਟਰੈਕਟ ਵਿੱਚ ਇੱਕ ਬਹੁਤ ਹੀ ਸਿੱਖਿਆਦਾਇਕ ਪ੍ਰਸੰਗ ਦਿੱਤਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਵੱਡੀਆਂ ਮੁਹਿੰਮਾਂ 'ਤੇ ਜਾਣ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਉਹ ਅਕਾਲ ਪੁਰਖ ਅੱਗੇ ਅਰਦਾਸ ਕਰਿਆ ਕਰਦੇ ਸਨ। ਇਸ ਤਰ੍ਹਾਂ ਉਹਨਾਂ ਦੇ ਵੱਡੇ ਤੋਂ ਵੱਡੇ ਕਾਰਜ ਸਿੱਧ ਹੋ ਜਾਂਦੇ ਸਨ। ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਵੱਡਾ ਸਰਦਾਰ ਬਾਗੀ ਹੋ ਗਿਆ। ਮਹਾਰਾਜੇ ਨੇ ਉਸ ਉੱਪਰ ਜਿੱਤ ਪ੍ਰਾਪਤ ਕਰਕੇ ਉਸ ਨੂੰ ਰੋਹਤਾਸ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ। ਉਹ ਕੈਦ ਵਿੱਚ ਹਮੇਸ਼ਾ ਰੱਬ ਨੂੰ ਗਾਲਾਂ ਕੱਢਦਾ ਰਹਿੰਦਾ। ਉਸ ਦਾ ਪਰਮਾਤਮਾ ਤੋਂ ਵਿਸ਼ਵਾਸ ਉੱਠ ਚੁੱਕਾ ਸੀ। ਦੂਸਰਾ, ਕੈਦਖਾਨੇ ਦੀਆਂ ਡਰਾਉਣੀਆਂ ਕੰਧਾਂ ਤੇ ਹਨੇਰਾ ਅਤੇ ਅਨੇਕ ਪ੍ਰਕਾਰ ਦੇ ਡਰ ਉਸ ਦੇ ਦੁੱਖਾਂ ਨੂੰ ਦੂਣਾ ਕਰ ਦਿੰਦੇ। ਜਦੋਂ ਸਰਕਾਰ ਦਾ ਨੌਕਰ ਉਸ ਲਈ ਅੰਨ ਪਾਣੀ ਲੈ ਕੇ ਆਉਂਦਾ, ਉਹ ਮਹਾਰਾਜੇ ਨੂੰ ਹਜ਼ਾਰ ਹਜ਼ਾਰ ਗਾਲਾਂ ਕੱਢਦਾ। ਇੱਕ ਦਿਨ ਉਸ ਨੂੰ ਆਪਣੀ ਕੋਠੜੀ ਵਿੱਚੋਂ
ਇੱਕ ਪੁਰਾਣੀ ਜਿਹੀ ਪੋਥੀ ਹੱਥ ਲੱਗੀ। ਉਹ ਉਸਨੂੰ ਪੜ੍ਹਨ ਬੈਠ ਗਿਆ। ਜਿਉਂ-ਜਿਉਂ ਉਹ ਉਸਨੂੰ ਪੜ੍ਹਦਾ ਜਾ ਰਿਹਾ ਸੀ, ਉਸ ਵਿੱਚ ਖੁੱਭਦਾ ਜਾ ਰਿਹਾ ਸੀ। ਅਖੀਰ ਉਹ ਇਸ ਤੁਕ 'ਤੇ ਜਾ ਕੇ ਰੁਕ ਗਿਆ। ਸਦ ਬਖਸ਼ੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਇਸ ਤੁਕ ਨੂੰ ਪੜ੍ਹ ਕੇ ਉਸ ਦਾ ਜੀਵਨ ਹੀ ਬਦਲ ਗਿਆ। ਉਹ ਸੋਚੀ ਪੈ ਗਿਆ ਕਿ ਜਿਸ ਪਰਮਾਤਮਾ ਨੂੰ ਉਹ ਗਾਲਾਂ ਕੱਢਦਾ ਰਿਹਾ ਹੈ, ਜਿਸ ਨੂੰ ਉਹ ਇੱਕ ਡਰਾਉਣਾ ਭੂਤ ਸਮਝਦਾ ਰਿਹਾ ਹੈ, ਕੀ ਉਹ ਐਡਾ ਦਿਆਲੂ ਹੈ? ਕੀ ਉਹ ਸਾਰਿਆਂ 'ਤੇ ਬਖਸ਼ਿਸ਼ ਕਰਦਾ ਹੈ? ਕੀ ਉਹ ਦਇਆ ਕਰਦਾ ਹੈ? ਕੀ ਉਹ ਉਸ ਦੀ ਮਿਹਰ ਦੀ ਛਾਂ ਹੇਠ ਨਹੀਂ ਆ ਸਕਦਾ? ਇਸ ਤੁਕ ਨਾਲ ਉਹਦੇ ਅੰਦਰ ਤਰਥੱਲੀ ਜਿਹੀ ਮੱਚ ਗਈ। ਉਸ ਰਾਤ ਖੂਬ ਮੀਂਹ ਹਨੇਰੀ ਆਈ, ਪਰੰਤੂ ਉਸ ਕੈਦੀ ਨੂੰ ਨੀਂਦ ਨਾ ਆਈ। ਉਸਨੇ ਸੋਚ ਵਿੱਚ ਹੀ ਸਾਰੀ ਰਾਤ ਗੁਜ਼ਾਰ ਦਿੱਤੀ। ਉਹ ਇਹ ਸੋਚਦਾ ਰਿਹਾ ਕਿ ਉਹ ਪਾਪੀ ਹੈ। ਕੀ ਪ੍ਰਮਾਤਮਾ ਉਸ ਨੂੰ ਵੀ ਬਖਸ਼ ਦੇਵੇਗਾ? ਇਸ ਸੋਚ ਵਿੱਚ ਉਹ ਉੱਠਿਆ ਤੇ ਪ੍ਰਾਰਥਨਾ ਕਰਨ ਲੱਗਾ, ਹੇ ਅਕਾਲ ਪੁਰਖ, ਮੈਥੋਂ ਵੱਧ ਕੇ ਪਾਪੀ ਕੋਈ ਨਹੀਂ। ਮੈਂ ਕੁੰਭੀ ਨਰਕ ਦਾ ਜੋਗ ਹਾਂ, ਪਰ ਆਪ ਬਖਸ਼ਿੰਦ ਹੋ, ਮੈਨੂੰ ਵੀ ਬਖਸ਼ੋ। ਪ੍ਰਾਰਥਨਾ ਕਰਨ ਪਿੱਛੋਂ ਉਸਨੇ ਇੱਕ ਸ਼ਬਦ ਪੜ੍ਹਿਆ, ਜਿਸ ਨੂੰ ਪੜ੍ਹ ਕੇ ਉਸਨੂੰ ਬਹੁਤ ਆਨੰਦ ਪ੍ਰਾਪਤ ਹੋਇਆ। ਉਹ ਪਹਿਲਾਂ ਆਪਣੇ ਆਪ ਨੂੰ ਦੁਖੀ ਸਮਝਦਾ ਸੀ, ਪਰੰਤੂ ਜਦੋਂ ਉਸਨੇ ਈਸ਼ਵਰ 'ਤੇ ਭਰੋਸਾ ਪ੍ਰਗਟਾਇਆ ਤਾਂ ਉਸਦੇ ਸਾਰੇ ਦੁੱਖ ਦੂਰ ਹੋ ਗਏ। ਹੌਲੀ-ਹੌਲੀ ਉਹ ਕੈਦੀ ਪਾਠ ਦਾ ਪ੍ਰੇਮੀ ਹੋ ਗਿਆ ਤੇ ਗ੍ਰੰਥੀ ਨੂੰ ਬੁਲਾ ਕੇ ਕਈ ਸ਼ਬਦਾਂ ਦੇ ਅਰਥ ਸਮਝਣ ਲੱਗਾ। ਅਜਿਹਾ ਕਰਨ ਨਾਲ ਦਿਨੋਂ ਦਿਨ ਉਸ ਦੇ ਬੋਲਾਂ ਵਿੱਚ ਮਿਠਾਸ ਆਉਣ ਲੱਗੀ, ਉਸ ਦੇ ਵਿਹਾਰ ਵਿੱਚ ਨਿਮਰਤਾ ਆਉਣ ਲੱਗੀ। ਕੁਝ ਸਮੇਂ ਪਿੱਛੋਂ ਮਹਾਰਾਜਾ ਰੋਹਤਾਸ ਆਇਆ ਤੇ ਰਾਤ ਨੂੰ ਬਿਮਾਰ ਪੈ ਗਿਆ। ਕਿਸੇ ਵੀ ਦਵਾਈ ਦਾਰੂ ਨੇ ਉਸ ਨੂੰ ਠੀਕ ਨਾ ਕੀਤਾ। ਅੱਧੀ ਰਾਤ ਨੂੰ ਉੱਠ ਕੇ ਮਹਾਰਾਜੇ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਤਾਂ ਉਹ ਸਵੇਰ ਤੱਕ ਤੰਦਰੁਸਤ ਹੋ ਗਿਆ। ਉਸਨੇ ਅਕਾਲ ਪੁਰਖ ਦਾ ਧੰਨਵਾਦ ਕਰਨ ਲਈ ਰਾਜਾ ਧਿਆਨ ਸਿੰਘ ਦੀ ਸਲਾਹ ਨਾਲ ਉਸ ਧਾੜਵੀ ਕੈਦੀ ਨੂੰ ਰਿਹਾ ਕਰ ਦਿੱਤਾ। ਉਸਨੇ ਕੈਦਖਾਨੇ ਦਾ ਸਾਰਾ ਹਾਲ ਸੁਣਾਇਆ ਤੇ ਦੱਸਿਆ। ਉਹ ਧਾੜਵੀ ਮਹਾਰਾਜਾ ਦੀ ਕਿਰਪਾ ਨਾਲ ਧਾੜਵੀ ਤੋਂ ਸਰਦਾਰ ਬਣ ਚੁੱਕਾ ਹੈ ਤੇ ਈਸ਼ਵਰ ਦੇ ਪ੍ਰੇਮ ਤੋਂ ਜਾਣੂ ਹੋ ਚੁੱਕਾ ਹੈ। ਉਸ ਨੂੰ ਕੈਦ ਤੋਂ ਪਰਮਾਤਮਾ ਦੀ ਦਇਆ ਨਾਲ ਹੀ ਛੁਟਕਾਰਾ ਮਿਲਿਆ ਹੈ। ਮਹਾਰਾਜੇ ਨੇ ਖੁਸ਼ ਹੋ ਕੇ ਉਸ ਨੂੰ ਮੁੜ ਸਰਦਾਰੀ ਦੇਣੀ ਚਾਹੀ, ਪਰ ਉਸਨੇ ਸਰਦਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਇਹ ਕਹਿ ਕੇ ਚਲਾ ਗਿਆ, ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨ ਆਵੈ ਨਾਉ। ਪ੍ਰਾਰਥਨਾ ਦੀ ਸ਼ਕਤੀ। ਇਸ ਕਥਾ ਤੋਂ ਸਿੱਧ ਹੁੰਦਾ ਹੈ ਕਿ ਪ੍ਰਾਰਥਨਾ ਵਿੱਚ ਬਹੁਤ ਸ਼ਕਤੀ ਹੈ। ਇਹ ਮਨ ਨੂੰ ਸ਼ਾਂਤੀ ਪ੍ਰਦਾਨ ਕਰਦੀ ਹੈ। ਇਸ ਨੂੰ ਕਰਨ 'ਤੇ ਦੁੱਖ, ਕਸ਼ਟ, ਸੰਕਟ ਜਰਾ ਵੀ ਦੁੱਖ ਨਹੀਂ ਦਿੰਦੇ। ਇਹ ਅਟਲ ਸੱਚਾਈ ਹੈ ਕਿ ਪ੍ਰਾਰਥਨਾ ਕੀਤੀ ਕਦੀ ਵੀ ਵਿਅਰਥ ਨਹੀਂ ਜਾਂਦੀ। ਪਰਮਾਤਮਾ ਸਾਨੂੰ ਪਿਆਰ ਕਰਦਾ ਹੈ ਤੇ ਉਸ ਦੀ ਪ੍ਰਾਪਤੀ ਵੀ ਪ੍ਰੇਮ ਨਾਲ ਹੀ ਹੋ ਸਕਦੀ ਹੈ। ਇਹ ਦੁਨੀਆ ਥੋੜ੍ਹੇ ਦਿਨ ਦੀ ਹੈ। ਅੰਤ ਵਿੱਚ ਪਰਮਾਤਮਾ ਦੀ ਦਰਗਾਹ ਵਿੱਚ ਹੀ ਜਾਣਾ ਹੈ, ਜਿੱਥੇ ਬੰਦੇ ਦੇ ਭਲੇ ਬੁਰੇ ਕੰਮਾਂ ਦਾ ਨਿਸਤਾਰਾ ਹੋਣਾ ਹੈ। ਸਾਨੂੰ ਉਸ ਪਾਪੀ ਕੈਦੀ ਵਾਂਗ ਉਸ ਪਰਮੇਸ਼ਵਰ ਅੱਗੇ ਆਪਣੇ ਪਾਪਾਂ ਨੂੰ ਬਖਸ਼ਾ ਕੇ ਭਜਨ ਰੂਪੀ ਸਮਾਨ ਇਕੱਠਾ ਕਰਨਾ ਚਾਹੀਦਾ ਹੈ। ਸਾਨੂੰ ਆਪਣਾ ਵਿਹਾਰ ਸ਼ੁੱਧ ਕਰਕੇ ਮਨ ਨੂੰ ਕਰਤਾਰ ਵੱਲ ਲਾ ਕੇ ਅਰਦਾਸ ਕਰਨੀ ਚਾਹੀਦੀ ਹੈ।